ਸ਼ਬਦ ਦੀ ਵਿਚਾਰ ਆਰੰਭਤਾ ਕਰੀਏ। ਗੁਰੂ ਪਿਤਾ ਜੀ ਦੇ ਪਾਵਨ ਬਚਨ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਬਹੁ ਚਤਰਾਈ, ਦੁਬਦਾ ਇਹੋ ਫਲ ਨਾਹੀ ਜੀਓ। ਤੇ ਦੁਬਦਾ ਦੇ ਅਰਥ ਨੇ ਦੋ ਬਿਧਾਂ, ਦੋ ਥੰਮੀਆਂ, ਦੋ ਖਿਆਲ। ਜਿਸ ਮਨੁੱਖ ਦੇ ਮਨ ਦੇ ਅੰਦਰ ਦੋ ਖਿਆਲ ਪੈਦਾ ਹੋ ਜਾਣ, ਉਸ ਬੰਦੇ ਦਾ ਫੈਸਲਾ ਲੈਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਮੈਂ ਕਰਨਾ ਕੀ ਹੈ। ਜੇ ਦੁਨਿਆਵੀ ਕੰਮ ਬੰਦਾ ਦੋ ਬਿਧਾਂ ਮਨ ਵਿੱਚ ਬਣਾ ਕੇ ਕਰੇ ਤੇ ਉਹ ਨਹੀਂ ਹੋ ਸਕਦੇ। ਤੇ ਜੇ ਦੋ ਬਿਧਾਂ ਬਣਾ ਕੇ ਧਰਮ ਦੇ ਮਾਰਗ ਤੇ ਤੁਰੇ ਤੇ ਉਹ ਬੰਦਾ ਫਿਰ ਗੁਰੂ ਦੀ ਨਜ਼ਰ ਦੇ ਵਿੱਚ, ਗੁਰੂ ਦੀ ਦ੍ਰਿਸ਼ਟੀ ਵਿੱਚ, ਜਾਂ ਇੰਜ ਕਹਿ ਲਓ ਗੁਰੂ ਦੀ ਦਇਆ ਦਾ ਪਾਤਰ ਵੀ ਉਹ ਨਹੀਂ ਬਣ ਸਕਦਾ। ਤੋ ਗੁਰੂ ਪਿਤਾ ਜੀ ਕਹਿੰਦੇ ਨੇ ਛੋਡੋ ਵੇਸ। ਵੇਸ ਦੇ ਅਰਥ ਨੇ ਭੇਖ। ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹੋ ਫਲ ਨਾਹੀ ਜੀਓ। ਤੋ ਸਾਹਿਬਾਂ ਦੀ ਬਾਣੀ ਦਾ ਐਸਾ ਕਹਿਣਾ ਹੈ, ਜੇ ਮਨੁੱਖ ਦੇ ਤਨ ਨੂੰ ਤਾਪ ਚੜਿਆ ਹੋਵੇ ਤੇ ਬੰਦੇ ਨੂੰ ਭੋਜਨ ਬਿਲਕੁਲ ਨਹੀਂ ਚੰਗਾ ਲੱਗਦਾ, ਭਾਵੇਂ 36 ਪ੍ਰਕਾਰ ਦੇ ਪਕਵਾਨ ਬਣੇ ਹੋਣ। ਤਨ ਨੂੰ ਤਾਪ ਚੜਿਆ, ਉਹ ਕੁਝ ਨਹੀਂ ਖਾਏਗਾ। ਤੋ ਗੁਰੂ ਪਿਤਾ ਜੀ ਕਹਿੰਦੇ ਨੇ ਤਨ ਨੂੰ ਚੜੇ ਹੋਏ ਤਾਪ ਦੀ ਨਿਸ਼ਾਨੀ ਕਿ ਜੋ ਕੁਝ ਇਹਨੂੰ ਦਿੱਤਾ ਜਾ ਰਿਹਾ ਹੈ, ਇਹ ਹਰ ਇੱਕ ਚੀਜ਼ ਤੋਂ ਇਨਕਾਰੀ ਹੁੰਦਾ ਪਿਆ ਹੈ। ਜੈਸਾ ਤਨ ਨੂੰ ਤਾਪ ਚੜਿਆ ਤੇ ਭੋਜਨ ਨਹੀਂ ਚੰਗਾ ਲੱਗਦਾ, ਤੇ ਜੇ ਮਨ ਨੂੰ ਹਉਮੈ ਦਾ, ਹੰਕਾਰ ਦਾ ਤਾਪ ਚੜਿਆ, ਉਹਨੂੰ ਫਿਰ ਭਜਨ ਨਹੀਂ ਚੰਗਾ ਲੱਗਦਾ। ਇੱਕ ਭੋਜਨ ਹੈ ਤੇ ਇੱਕ ਭਜਨ ਹੈ। ਗੁਰੂ ਘਰ ਵਿੱਚ ਇਹ ਦੋਵੇਂ ਵਰਤਦੇ ਨੇ। ਹੁਣ ਜੇ ਬੰਦਾ ਕੇਵਲ ਭੋਜਨ ਤੱਕ ਸੀਮਤ ਰਵੇ, ਭੋਜਨ ਤੇ ਛਕ ਲਵੇ, ਪਰ ਭਜਨ ਤੋਂ ਵਾਂਝਾ ਰਹਿ ਗਿਆ, ਭਜਨ ਸੁਣਨ ਲੱਗਿਆਂ, ਗੁਰੂ ਦੀ ਗੱਲ ਸੁਣਨ ਲੱਗਿਆਂ ਜੇ ਹੁਣ ਮਨ ਉਹਦਾ ਨਹੀਂ ਮੰਨਦਾ, ਤੇ ਗੱਲ ਸਪਸ਼ਟ ਹੈ ਕਿ ਇਸ ਮਨੁੱਖੀ ਮਨ ਨੂੰ ਜ਼ਰੂਰ ਹਉਮੈ ਦਾ, ਹੰਕਾਰ ਦਾ ਤਾਪ ਚੜ੍ਹਿਆ। ਭਗਤ ਰਵਿਦਾਸ ਜੀ ਦੇ ਪਾਵਨ ਬਚਨ ਨੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਤੇ ਸਤਿਗੁਰਾਂ ਦੀਆਂ ਅਨੇਕਾਂ ਉਦਾਹਰਨਾਂ ਬਾਣੀ ਵਿੱਚ। ਜਬ ਹਮ ਤੋਂ ਭਾਵ ਹੈ ਮੈਂ ਹਾਂ, ਤੂੰ ਕੁਛ ਵੀ ਨਹੀਂ। ਤੋ ਗੁਰੂ ਕੋਲ ਆ ਕੇ ਮੈਂ ਨੂੰ ਖਤਮ ਕਰਨਾ ਤੇ ਤੂੰ ਨੂੰ ਪ੍ਰਗਟ ਕਰਨਾ। ਗੁਰੂ ਪਿਤਾ ਜੀ ਕਹਿੰਦੇ ਬਸ ਇੰਨੀ ਗੱਲ ਹੈ। ਬਸ ਇੱਥੇ ਮੈਂ ਖਤਮ ਹੋ ਜੇ ਤੇ ਤੂੰ ਪ੍ਰਗਟ ਹੋ ਜੇ, ਤੇ ਇਹ ਤੂੰ ਨੂੰ ਹੀ ਪ੍ਰਗਟ ਕਰਨਾ ਔਖਾ ਹੈ ਤੇ ਮੈਂ ਨੂੰ ਹੀ ਖਤਮ ਕਰਨਾ ਔਖਾ ਹੈ। ਇਸੇ ਲਈ ਸਾਹਿਬ ਕਹਿੰਦੇ ਜੇ ਤਨ ਨੂੰ ਤਾਪ ਚੜ੍ਹਿਆ, ਭੋਜਨ ਨਹੀਂ ਚੰਗਾ ਲੱਗਦਾ, ਮਨ ਨੂੰ ਤਾਪ ਚੜ੍ਹਿਆ, ਭਜਨ ਨਹੀਂ ਚੰਗਾ ਲੱਗਦਾ, ਇਸੇ ਲਈ ਗੁਰੂ ਪਿਤਾ ਜੀ ਨੇ ਕਹਿ ਦਿੱਤਾ ਮਨ ਰੇ ਰਹਾਉ ਦੀਆਂ ਪੰਗਤੀਆਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਸੋਰਠ ਰਾਗ ਦੇ ਵਿੱਚ 598 ਅੰਗ ਦੇ ਉੱਪਰ ਸੁਭਾਏਮਾਨ ਹੈ। ਤੋ ਰਹਾਉ ਦੀਆਂ ਪੰਗਤੀਆਂ ਸ਼ਬਦ ਦਾ ਕੇਂਦਰੀ ਭਾਵ ਹੈ। ਇਸ ਗੱਲ ਦਾ ਖਿਆਲ ਹੈ ਕਿ ਇਸ ਸਾਰੇ ਸ਼ਬਦ ਦੀ ਵਿਆਖਿਆ ਇਹ ਰਹਾਉ ਦੀਆਂ ਪੰਗਤੀਆਂ ਕਰਦੀਆਂ ਨੇ। ਜਿਵੇਂ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ, ਜਾਂ ਇੰਜ ਕਹਿ ਲਓ ਸਾਰੀ ਗੁਰਬਾਣੀ ਜਪਜੀ ਸਾਹਿਬ ਜੀ ਦੀ ਹੀ ਵਿਆਖਿਆ ਕਰਦੀ ਹੈ। ਇਸੇ ਲਈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ, ਪਹਿਲੀ ਬਾਣੀ ਦਾ ਨਾਮ ਜਪ। ਕਾਰਨ ਕਿ ਜਿੰਨਾ ਚਿਰ ਤੂੰ ਜਪੇਗਾ ਨਹੀਂ, ਉਹਨਾਂ ਚਿਰ ਗੱਲ ਨਹੀਂ ਬਣੇਗੀ। ਕੋਈ ਸਮਾਂ ਸੀ ਘਰ ਘਰ ਦੇ ਵਿੱਚ ਕੋਈ ਨਾ ਕੋਈ ਬੰਦਗੀ ਵਾਲਾ ਹੁੰਦਾ ਸੀ। 18ਵੀਂ 17ਵੀਂ ਸਦੀ ਦਾ ਇਤਿਹਾਸ ਜਦੋਂ ਆਪਾਂ ਵਾਚਦੇ ਹਾਂ ਤਾਂ ਭਾਈ ਮਨੀ ਸਿੰਘ ਜੀ, ਮਤੀ ਦਾਸ ਜੀ, ਸਤੀ ਦਾਸ, ਭਾਈ ਦਿਆਲਾ, ਤੇ ਜੇ ਕੁਝ ਕੁ ਹੁਣ ਦੇ ਸਮੇਂ ਵਿੱਚ ਪਿੱਛੇ ਚਲੇ ਜਾਈਏ 35-40 ਸਾਲ, ਉਦੋਂ ਕੋਈ ਨਾ ਕੋਈ ਰੂਹਾਂ ਸਨ। ਜਿਵੇਂ ਬਾਬਾ ਅਤਰ ਸਿੰਘ ਜੀ
ਮਸਤੂਆਣੇ ਵਾਲੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ, ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਔਰ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਕੁਝ ਕੁ ਇਹ ਮਹਾਂਪੁਰਖ, ਇਹ ਬੰਦਗੀ ਵਾਲੀਆਂ ਰੂਹਾਂ ਸਨ, ਕਿਉਂਕਿ ਉਹ ਜਪਦੀਆਂ ਸਨ। ਤੇ ਮਨੁੱਖ ਨੇ ਹੁਣ ਜਪਣਾ ਛੱਡ ਦਿੱਤਾ ਹੈ, ਤੇ ਜਪਣ ਦਾ ਨਾ ਕਾਰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਦੁਬਦਾ ਇਹੋ ਫਲ ਨਾ ਹੀ ਜੀਓ। ਨਾ ਜਪਣ ਦਾ ਕਾਰਨ ਹੈ ਕਿ ਜੀਵ ਦੁਬਦਾ ਦੇ ਵਿੱਚ ਪਿਆ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਭਟਕ ਰਹੇ ਮਨ ਨੂੰ, ਉਛਲ ਰਹੇ ਮਨ ਨੂੰ ਹੀ ਸੰਬੋਧਨ ਕਰਦੇ ਨੇ, ਮਨ ਰੇ ਥਿਰ ਰਹੋ, ਥਿਰ ਤੋਂ ਭਾਵ ਹੈ ਟਿਕਿਆ ਰਹਿ। ਬਾਬਾ ਫਰੀਦ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ। ਉਹ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਾਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਵਸੀ ਤੋਂ ਭਾਵ ਹੈ ਹਿਰਦੇ ਰੂਪ ਘਰ ਦੇ ਵਿੱਚ ਹੀ ਹੈ ਮਾਲਕ। ਤੇ ਜੇ ਹੁਣ ਹਿਰਦੇ ਰੂਪ ਘਰ ਦੇ ਵਿੱਚ ਮਾਲਕ ਹੈ, ਫਿਰ ਇੱਦਾਂ ਉੱਚੀ ਉੱਚੀ ਰੌਲਾ ਪਾਉਣਾ ਵੀ ਤੇ ਠੀਕ ਨਹੀਂ। ਇਹ ਗੱਲ ਵੀ ਕਬੀਰ ਸਾਹਿਬ ਜੀ ਨੇ ਆਖੀ ਹੈ। ਮੁੱਲਾ ਮਸਜਿਦ ਦੇ ਕੋਲ ਖਲੋਤਾ ਹੈ ਤੇ ਬਾਬਾ ਕਬੀਰ ਸਾਹਿਬ ਜੀ ਸਵਾਲ ਕਰਦੇ ਨੇ, ਤੇ ਸਵਾਲ ਹਿਰਦੇ ਵਿੱਚੋਂ ਨਿਕਲਦਾ ਹੈ। ਉਹ ਕਹਿੰਦੇ ਨੇ, ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਮੁੱਲਾ ਜੀ, ਤੁਸੀਂ ਇਸ ਮਸਜਿਦ ਦੀਆਂ ਗੁਮਟੀਆਂ ਦੇ ਉੱਪਰ ਉੱਚੇ ਖਲੋ ਕੇ ਆਵਾਜ਼ਾਂ ਦੇ ਰਹੇ ਹੋ ਕਿ ਉਹ ਰੱਬ, ਕਿ ਉਹ ਖੁਦਾ, ਕਿ ਉਹ ਅੱਲਾ ਜਿਹੜਾ ਉਹ ਬੋਲਾ ਥੋੜ੍ਹੀ ਹੈ ਜਿਹਨੂੰ ਇੰਨੀਆਂ ਉੱਚੀਆਂ ਆਵਾਜ਼ਾਂ ਮਾਰਨ ਦੀ ਲੋੜ ਹੈ। ਪਰ ਇੱਕ ਬੰਨੇ ਬਾਬਾ ਫਰੀਦ ਸਾਹਿਬ ਜੀ ਇਸ਼ਾਰਾ ਕਰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ। ਆਪਾਂ ਵੇਖਦੇ ਹਾਂ ਰੱਬ ਨੂੰ ਭਾਲਣ ਦੇ ਵਾਸਤੇ, ਰੱਬ ਨੂੰ ਮਿਲਣ ਦੇ ਲਈ ਧਰਮ ਦੇ ਨਾਂ 'ਤੇ ਅਨੇਕਾਂ ਕਰਮ ਕਾਂਡ ਕੀਤੇ ਗਏ। ਬਕਾਇਦਾ ਦੱਸਿਆ ਗਿਆ ਕਿ ਜੇ ਰੱਬ ਨੂੰ ਪਾਉਣਾ ਉਹ ਘਰੋਂ ਨਹੀਂ ਮਿਲਣਾ, ਘਰ ਛੱਡ ਕੇ ਜੰਗਲ ਦੇ ਵਿੱਚ ਰੱਬ ਨੂੰ ਲੱਭਣਾ ਪਏਗਾ। ਪ੍ਰਾਚੀਨ ਆਦਿ ਕਾਲ ਤੋਂ ਲੈ ਕੇ ਐਸਾ ਹੋਇਆ, ਔਰ ਲੋਕ ਰੱਬ ਨੂੰ, ਖੁਦਾ ਨੂੰ ਲੱਭਣ ਦੇ ਵਾਸਤੇ ਜੰਗਲਾਂ ਦੇ ਵਿੱਚ ਤੁਰੇ ਫਿਰੇ। ਉਦੋਂ ਜੰਗਲਾਂ ਵਿੱਚ ਤੁਰੇ ਫਿਰੇ, ਹੁਣ ਲੋਕ ਡੇਰਿਆਂ ਵਿੱਚ ਤੁਰੇ ਫਿਰੇ। ਬਹੁਤਾ ਕੋਈ ਫਰਕ ਨਹੀਂ, ਬਸ ਉਹ ਸੋਚ ਉਹੀ ਹੋਇਆ ਹੈ। ਤੇ ਜਿਹੜਾ ਇੰਜ ਕਹਿ ਲਓ ਬਾਹਰਲਾ ਦ੍ਰਿਸ਼ ਹੈ ਉਹ ਥੋੜ੍ਹਾ ਬਹੁਤਾ ਬਦਲਿਆ ਹੈ। ਰੂਪ ਰੇਖਾ ਬਾਹਰਲੀ ਬਦਲ ਗਈ, ਪਰ ਜਿਹੜੀ ਅੰਦਰਲੀ ਵਿਚਲੀ ਸੋਚ ਸੀ ਉਹ ਇੰਨ ਬਿਨ ਉੱਦਾਂ ਹੀ ਤੁਰੀ ਆਉਂਦੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਜੰਗਲ ਜੰਗਲ, ਜੰਗਲਾਂ ਦੇ ਵਿੱਚੋਂ ਕੀ ਲੱਭਦਾ? ਵਣ ਕੰਡਾ ਮੋੜੇ ਹੈ। ਐਵੇਂ ਤੂੰ ਇੱਧਰ ਉੱਧਰ ਭੜਕ ਕੇ ਤਰ੍ਹਾਂ ਤਰ੍ਹਾਂ ਦੇ ਕੰਡੇ ਆਦਿਕ ਪਹਾੜੀਆਂ ਮਿੱਧਦਾ ਪਿਆ। ਵਸੀ ਰੱਬ ਹਿਆਲੀ ਹੈ, ਤੇਰੇ ਹਿਰਦੇ ਰੂਪ ਘਰ ਦੇ ਵਿੱਚ ਮਾਲਕ ਵਸਦਾ ਹੈ। ਤੇ ਜੇ ਉਸ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਰੱਬ ਹੁਣ ਹਿਰਦੇ ਵਿੱਚ ਹੈ, ਤੇ ਉਹ ਪ੍ਰਗਟ ਕਿਵੇਂ ਕਰਨਾ ਹੈ? ਸੁਰਤ ਸੁਣਨਾ, ਸੁਰਤ ਜਾਣਨਾ ਤੇ ਸੁਰਤ ਮਾਨਣਾ, ਤਿੰਨ ਘਟਨਾਵਾਂ ਇੱਕੋ ਸੈਕਿੰਡ ਦੇ ਵਿੱਚ ਘਟਦੀਆਂ ਨਹੀਂ। ਜਦੋਂ ਇਹ ਸੁਰਤ ਸੁਣੇਗੀ ਤਾਂ ਇਸ ਸੁਰਤ ਨੂੰ ਉਸੇ ਵਕਤ ਸਮਝ ਆ ਜਾਣੀ ਹੈ। ਤੇ ਜਦੋਂ ਇਸ ਸੁਰਤ ਨੂੰ ਸਮਝ ਆ ਗਈ ਤੇ ਸੁਰਤ ਨੇ ਉਦੋਂ ਹੀ ਜੁੜ ਜਾਣਾ ਹੈ। ਅੱਜ ਗੁਰੂ ਦੇ ਸ਼ਬਦ ਦੇ ਨਾਲ, ਬਾਣੀ ਦੇ ਨਾਲ, ਸ਼ਬਦ ਦੇ ਕੇਂਦਰੀ ਭਾਵ ਨੂੰ ਨਾ ਸਮਝਣ ਦਾ ਕਾਰਨ ਗੁਰੂ ਪਿਤਾ ਜੀ ਇਹੀ ਕਹਿੰਦੇ ਨੇ ਕਿ ਇਹਦੀ ਸੁਰਤ ਹੈ ਜਿਹੜੀ ਉਹ ਸੁਣਨਾ ਨਹੀਂ ਚਾਹੁੰਦੀ। ਤੇ ਜਿਹੜੀ ਸੁਰਤ ਸੁਣਨਾ ਨਹੀਂ ਚਾਹੁੰਦੀ ਤੇ ਉਹ ਸੁਰਤ ਫਿਰ ਜੁੜੇਗੀ ਕਿਵੇਂ? ਤੇ ਜਿਹੜੀ ਸੁਰਤ ਜੁੜੀ ਨਹੀਂ, ਇਹ ਗੱਲ ਸਪਸ਼ਟ ਹੋ ਗਈ ਕਿ ਉਸ ਸੁਰਤ ਨੇ ਉਸ ਪ੍ਰਭੂ ਦੇ ਸ਼ਬਦ ਸਿਧਾਂਤ ਨੂੰ ਮਾਣਿਆ ਨਹੀਂ। ਤੇ ਬਾਬਾ ਫਰੀਦ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਤੇ ਇੱਧਰ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਇਸ ਮਨ ਨੂੰ ਸਮਝਾਉਣ ਦੇ ਵਾਸਤੇ ਅਨੇਕਾਂ ਉਦਾਹਰਨਾਂ ਗੁਰੂ ਪਿਤਾ ਜੀ ਨੇ ਬਾਣੀ ਵਿੱਚ ਦਿੱਤੀਆਂ। ਇਹ ਚੰਚਲ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮਤ ਮਤਾਂਤਰਾਂ ਦੇ ਖਿਆਲ ਪੈਦਾ ਹੋ ਗਏ ਤੇ ਪੈਦਾ ਕਰ ਦਿੱਤੇ ਗਏ। ਇਹ ਜਿਉਂਦੇ ਜੀ ਤੇ ਮਨੁੱਖ ਨੇ ਕਰਮ ਕਾਂਡ ਨਹੀਂ ਛੱਡਿਆ, ਜਿਉਂਦੇ ਜੀ। ਪਰ ਜਦੋਂ ਇਹ ਮਨੁੱਖ ਮਰ ਵੀ ਗਿਆ, ਇਹਦੀ ਮੌਤ ਵੀ ਹੋ ਗਈ ਨਾ,
ਮਰਨ ਤੋਂ ਬਾਅਦ ਵੀ ਬੰਦੇ ਦਾ ਜਿਹੜਾ ਕਰਮ ਕਾਂਡ ਹੈ, ਜਿਹੜੀ ਬ੍ਰਾਹਮਣਵਾਦ ਸੋਚ ਹੈ, ਉਹ ਮਰਨ ਤੋਂ ਬਾਅਦ ਵੀ ਬੰਦੇ ਦਾ ਖਹਿੜਾ ਨਹੀਂ ਛੱਡਦੀ। ਇਹ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ। ਕਈਆਂ ਦਾ ਖਿਆਲ ਹੁੰਦਾ ਜੀ ਇਹ ਇਸ ਤਰ੍ਹਾਂ ਬ੍ਰਾਹਮਣਵਾਦ ਕਹਿਣਾ। ਦੇਖੋ ਜੀ ਗੁਰਦੁਆਰੇ ਸਾਰੇ ਆਉਂਦੇ ਨੇ, ਤੇ ਮੈਂ ਬੇਨਤੀ ਕਰਾਂ ਕਿ ਆਪਾਂ ਲੋਕਾਂ ਦੇ ਕਹਿਣ ਤੇ, ਕਿ ਲੋਕਾਂ ਦੇ ਗੁਰਦੁਆਰੇ ਆਉਣ ਤੇ ਜਿਹੜੇ ਸ਼ਬਦ, ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੈ, ਕਿ ਉਹ ਕੱਢ ਕੇ ਬਾਹਰ ਰੱਖ ਦਿੱਤੀ ਜਾਏ। ਗੁਰੂ ਦਾ ਸ਼ਬਦ ਹੈ, ਜਿਹੜਾ ਗੁਰੂ ਦਾ ਸਿਧਾਂਤ ਹੈ, ਇਹ ਕਿਸੇ ਨੂੰ ਭੰਡਣ ਜਾਂ ਭੜਕਾਉਣ ਲਈ, ਲੈਣ ਲਈ ਨਹੀਂ। ਗੁਰੂ ਦਾ ਸ਼ਬਦ ਹੈ ਹਰ ਇੱਕ ਮਨੁੱਖ ਮਾਤਰ ਨੂੰ ਸਮਝਾਉਣ ਦੇ ਵਾਸਤੇ। ਗੁਰੂ ਪਿਤਾ ਜੀ ਕਹਿੰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਐ ਮਨ ਤੂੰ ਬਾਹਰ ਨਾ ਭੜਕ, ਤੂੰ ਟਿਕਿਆ ਰਹਿ, ਕਿਉਂਕਿ ਜੋ ਮਾਲਕ ਦੀ ਬਖਸ਼ਿਸ਼ ਹੈ, ਜੋ ਪ੍ਰਭੂ ਦੀ ਬੰਦਗੀ ਹੈ, ਉਹ ਬਾਹਰ ਭੜਕਣ ਦੇ ਨਾਲ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ। ਧਰੂ ਤੇ ਪ੍ਰਹਿਲਾਦ ਦੀ ਉਹਨਾਂ ਨੇ ਬੜੀ ਸੋਹਣੀ ਗਾਥਾ ਵਰਣਨ ਕੀਤੀ ਹੈ। ਕਈ ਦਫਾ ਆਪਨੇ ਸੁਣੀ ਕੇਵਲ ਟੂਕ ਮਾਤਰ ਪ੍ਰਮਾਣ, ਵੀ ਜੇ ਰੱਬ ਦੀ ਬੰਦਗੀ ਕਰੀਏ ਫਿਰ ਕੀ ਹੁੰਦਾ ਹੈ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਮਾਂ ਕੁੱਛੜ ਲੀਤਾ, ਡੱਡੋਂ ਲਿੱਕਾ ਮਾਂ ਪੁੱਛੇ। ਹੁਣ ਕਹਿੰਦੇ ਜਦੋਂ ਵਾਰ-ਵਾਰ ਧਰੂ ਰੋਂਦਾ ਹੈ, ਕਿਉਂਕਿ ਦੋ ਮਾਵਾਂ ਨੇ, ਇੱਕ ਸੁਰਚੀ ਹੈ, ਇੱਕ ਸੁਨੀਤੀ ਹੈ। ਹੁਣ ਰਾਜੇ ਦੀਆਂ ਦੋ ਰਾਣੀਆਂ ਨੇ, ਪਰ ਜਿਸ ਵਕਤ ਉਹ ਮਤਰੇਈ ਮਾਂ ਜਿਹੜੀ, ਉਹਨੇ ਫਿਰ ਗਿਲਾ ਕੀਤਾ। ਜਦੋਂ ਆਪਣੇ ਬਾਪ ਦੀ ਗੋਦ ਵਿੱਚ ਉਹ ਬੈਠ ਜਾਂਦਾ ਹੈ, ਉਸ ਵਕਤ ਮਤਰੇਈ ਮਾਂ ਬਾਂਹ ਤੋਂ ਪਕੜ ਕੇ ਉਠਾ ਦਿੰਦੀ ਹੈ, ਔਰ ਰੋਂਦਾ ਹੋਇਆ ਫਿਰ ਉਹ ਜਦੋਂ ਆਪਣੀ ਮਾਂ ਦੇ ਕੋਲ ਧਰੂ ਆਉਂਦਾ ਹੈ, ਤੇ ਮਾਂ ਅੱਗੋਂ ਪੁੱਛਦੀ ਹੈ, ਮੇਰੇ ਲਾਲ ਤੈਨੂੰ ਕੀ ਹੋਇਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਭਾਵ ਪਿਓ ਨੇ ਬੜਾ ਪਿਆਰ ਕੀਤਾ, ਬੜਾ ਮੋਹ ਕੀਤਾ, ਬੜਾ ਸਿਰ ਦੇ ਉੱਪਰ ਹੱਥ ਫੇਰਿਆ, ਮੂੰਹ ਨੂੰ ਚੁੰਮਿਆ। ਇੰਨੇ ਚਿਰ ਨੂੰ ਮਤਰੇਈ ਮਾਂ ਆ ਗਈ, ਉਹਨੇ ਬਾਂਹ ਤੋਂ ਖਿੱਚਿਆ ਤੇ ਵਗਾ ਕੇ ਮਾਰਿਆ, ਤੇ ਰੋਂਦਾ ਹੋਇਆ ਹੁਣ ਆਪਣੀ ਸਕੀ ਮਾਂ ਕੋਲ ਚਲਿਆ ਗਿਆ। ਇਹ ਗੁਰਬਾਣੀ ਵਿੱਚ ਥੋੜ੍ਹੇ ਥੋੜ੍ਹੇ ਜਿਹੜੇ ਟੂਕ ਮਾਤਰ ਪ੍ਰਮਾਣ ਨੇ, ਇਹ ਮਨੁੱਖ ਨੂੰ ਇਸ ਵਾਸਤੇ ਇਸ਼ਾਰੇ ਦਿੱਤੇ ਨੇ ਕਿ ਦੁਨੀਆ ਦੇ ਵਿੱਚ ਕੌਣ ਆਪਣਾ ਤੇ ਕੌਣ ਪਰਾਇਆ ਹੈ। ਇਹ ਭਾਈ ਸਾਹਿਬ, ਭਾਈ ਗੁਰਦਾਸ ਜੀ ਇਸ਼ਾਰਾ ਕਰਦੇ ਨੇ। ਹੁਣ ਜਦੋਂ ਰੋਣ ਲੱਗਾ, ਅੱਗੋਂ ਮਾਂ ਨੇ ਵੀ ਪਿਆਰ ਕੀਤਾ, ਕੀ ਹੋਇਆ, ਤੇ ਅੱਗੋਂ ਕਹਿੰਦੇ ਨੇ ਧਰੂ ਬੜੀਆਂ ਤਾਹਾਂ ਮਾਰਦਾ। ਪੁੱਛਣ ਲੱਗਿਆ, ਮਾਂ ਤੂੰ ਸਵਾਣੀ ਹੈ ਜਾਂ ਨੌਕਰਾਣੀ ਹੈ ਇਸ ਰਾਜੇ ਦੀ, ਦੱਸ। ਅੱਗੋਂ ਫਿਰ ਮਾਂ ਨੇ ਆਖਿਆ, ਮੈਂ ਸਵਾਣੀ ਹਾਂ। ਕਹਿੰਦੇ ਸਵਾਣੀ ਤਾਂ ਜ਼ਰੂਰ ਹੈ, ਪਰ ਰੱਬ ਦੀ ਮੈਂ ਬੰਦਗੀ ਨਹੀਂ ਕੀਤੀ, ਮਾਲਕ ਦਾ ਨਾਮ ਨਾ ਜਪਣ ਕਰਕੇ ਅੱਜ ਮੈਂ ਨੌਕਰਾਣੀਆਂ ਵਾਲੀ, ਆ ਗੋਲੀਆਂ ਵਾਲੀ ਹਾਲਤ ਤੇ ਗੋਲੀਆਂ ਵਾਲਾ ਮੈਂ ਜੀਵਨ ਬਤੀਤ ਕਰ ਰਹੀ ਹਾਂ। ਕੀ ਉਹ ਰੱਬ ਦੀ ਬੰਦਗੀ ਕਰਨ ਦੇ ਨਾਲ ਕੁਝ ਐਸੀ ਕਹਾਣੀ ਗੱਲ ਬਣ ਸਕਦੀ ਹੈ? ਤੇ ਇਹ ਬਚਨ ਭਾਈ ਗੁਰਦਾਸ ਸਾਹਿਬ ਜੀ ਨੇ ਕਹੇ ਨੇ। ਉਹਨਾਂ ਆਖੇ ਨੇ, ਪਰਮੇਸ਼ਰ ਅਰਾਧੀ ਹੈ ਜਿੱਦੂ ਹੋਈਐ ਪਤਤ ਪੁਨੀਤਾ। ਕਹਿੰਦੇ ਜੇ ਰੱਬ ਦੀ ਬੰਦਗੀ ਕਰੀਏ, ਮਾਲਕ ਦਾ ਨਾਮ ਜਪੀਏ, ਉਹਦੀ ਬੰਦਗੀ ਕਰਨ ਦੇ ਨਾਲ ਵੈਰੀ ਤੇ ਮਿੱਤਰ, ਕਹਿੰਦੇ ਜਿਹੜੇ ਵੈਰੀ ਨੇ ਉਹ ਵੀ ਮਿੱਤਰ ਹੋ ਜਾਂਦੇ ਨੇ। ਜਿਨ੍ਹਾਂ ਨੇ ਮਾਲਕ ਦੀ ਬੰਦਗੀ ਕੀਤੀ, ਫਿਰ ਉਹਨਾਂ ਦੀ ਇਹ ਭਾਵਨਾ ਬਣ ਗਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣੇ ਆਈ। ਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਐ ਭੜਕੇ ਮਨ ਤੂੰ ਆਪਣੇ ਹਿਰਦੇ ਰੂਪ ਘਰ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਪਾ ਸਕਦਾ ਹੈ। ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਕਹਿੰਦੇ ਜਿੰਨਾ ਤੂੰ ਬਾਹਰ ਭੱਜੇਗਾ, ਬਾਹਰ ਥਿੜਕੇਗਾ, ਤੈਨੂੰ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ। ਆਰੰਭਕ ਬਚਨ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਨਿਧ ਤੋਂ ਭਾਵ ਖਜ਼ਾਨਾ ਤੇ ਜਲ ਤੋਂ ਭਾਵ ਪਾਣੀ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਜੀਵ ਜਿਸ ਨਾਮ ਰੂਪ ਜਲ ਖਜ਼ਾਨੇ ਦੀ ਪ੍ਰਾਪਤੀ ਕਰਨ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਹੈ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਰੂਪ ਜਿਹੜੀ ਬਖਸ਼ਿਸ਼ ਹੈ, ਜਿਹੜੀ ਰਹਿਮਤ ਹੈ, ਉਹ ਗੁਰੂ ਦੇ ਦੁਆਰਾ ਪ੍ਰਾਪਤ ਹੁੰਦੀ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਤੋ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ, ਜਿਸ ਜਲ ਨਿਧ ਕਾਰਨ
तुम जग आए सो अमृत गुर पाही जियो, छोडो वेश भेख चतराई, दुबदा एहो फल नाही जियो। ਭਾਵ ਬਾਹਰ ਦਾ ਜਿਹੜਾ ਵੇਸ ਭੇਖ ਬਣਾਇਆ, ਕਿਉਂਕਿ ਕਈ ਦਫਾ ਬਾਹਰਲਾ ਭੇਖ ਇੱਦਾਂ ਦਾ ਹੁੰਦਾ ਪਹਿਰਾਵਾ ਕਿ ਪਹਿਰਾਵੇ ਨੂੰ ਹੀ, ਕਈਆਂ ਦੇ ਕੱਪੜੇ ਸੰਤ ਬ੍ਰਹਮ ਗਿਆਨੀ ਹੁੰਦੇ ਨੇ, ਅੰਦਰ ਕੁਛ ਵੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਛੋਡੋ ਵੇਸ ਭੇਖ ਚਤਰਾਈ, ਬਾਣੀ ਬਾਣਾ ਹੁਕਮ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਹਾਂ, ਹਰ ਇੱਕ ਸਕੂਲ ਦੀ, ਕਾਲਜ ਦੀ ਔਰ ਹਰ ਇੱਕ ਦਫ਼ਤਰ ਆਦਿਕ ਦੀ ਕੋਈ ਨਾ ਕੋਈ ਵਰਦੀ ਆਪਾਂ ਵੇਖਦੇ ਹਾਂ ਹੁੰਦੀ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਵੀ ਇਸ਼ਾਰਾ ਕਰ ਦਿੱਤਾ, ਬੰਦਾ ਕੇਵਲ ਬਾਹਰਲੇ ਵੇਸ ਬਾਹਰਲੇ ਭੇਖ ਦੇ ਨਾਲ ਹੀ ਜੁੜ ਜਾਵੇ, ਪਰ ਅੰਦਰ ਚਤਰਾਈ ਹੋਵੇ। ਚਤਰਾਈ ਦੇ ਅਰਥ ਨੇ ਚਲਾਕੀ। ਤੇ ਦੁਬਦਾ ਤੋਂ ਭਾਵ ਹੈ ਦੋ ਬਿਧਾਂ ਜੋ ਆਰੰਭ ਵਿੱਚ ਬੇਨਤੀ ਕੀਤੀ, ਛੋਡੋ ਵੇਸ ਭੇਖ ਚਤਰਾਈ। ਜਿਵੇਂ ਸੱਜਣ ਠੱਗ ਨੇ ਤੁਲੰਬੇ ਸ਼ਹਿਰ ਦੇ ਵਿੱਚ ਆਪਾਂ ਵੇਖਦੇ ਹਾਂ, ਆਪਣਾ ਬਾਹਰੋਂ ਵੇਸ ਭੇਖ ਬਣਾਇਆ ਸੀ ਸੰਤਾਂ ਵਾਲਾ, ਪਰ ਜਿਹੜੀ ਅੰਦਰਲੀ ਬਿਰਤੀ ਸੀ ਉਹ ਸੀ ਠੱਗਾਂ ਵਾਲੀ। ਹੁਣ ਜਿੱਥੇ ਕੋਈ ਨਹੀਂ ਸੀ ਜਾਂਦਾ, ਗੁਰੂ ਨਾਨਕ ਦੇਵ ਮਹਾਰਾਜ ਉੱਥੇ ਹੀ ਜਾਂਦੇ ਸਨ। ਇਤਿਹਾਸ ਗਵਾਏ ਭਾਈ ਮਰਦਾਨਾ ਜੀ ਨੂੰ ਨਾਲ ਲੈਂਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਇਸ ਬੰਨੇ ਕਾਹਦੇ ਲਈ ਜਾਂਦੇ ਹੋ? ਜਿਹੜੇ ਬੰਨੇ ਕੋਈ ਨਹੀਂ ਜਾਂਦਾ ਤੁਸੀਂ ਉਧਰ ਹੀ ਜਾਂਦੇ ਹੋ। ਸਤਿਗੁਰੂ ਕਹਿਣ ਲੱਗੇ, ਬਸ ਇਹੀ ਤੇ ਕਾਰਜ ਅਸੀਂ ਕਰਨ ਆਏ ਹਾਂ। ਰਬਾਬ ਤੇ ਨਗਾਰਾ, ਪ੍ਰਿੰਸੀਪਲ ਸਤਬੀਰ ਸਿੰਘ ਨੇ ਬੜੀ ਪਿਆਰੀ ਪੁਸਤਕ ਲਿਖੀ। ਉਹ ਕਹਿੰਦਾ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਝਣਾ ਹੋਵੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਰਬਾਬ ਤੋਂ ਸ਼ੁਰੂ ਹੁੰਦਾ ਹੈ, ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨੂੰ ਸਮਝਣਾ ਹੋਵੇ ਤਾਂ ਉਹਨਾਂ ਦਾ ਜੀਵਨ, ਉਹਨਾਂ ਦੀ ਜੋ ਸੰਘਰਸ਼ ਉਹਨਾਂ ਨੇ ਕੀਤਾ, ਜਿਹੜਾ ਧਰਮੀ ਬੰਦਾ ਹੈ ਉਹ ਸਮਰਪਿਤ ਹੁੰਦਾ ਹੈ, ਤੇ ਜਿਹੜਾ ਸੰਸਾਰੀ ਹੈ ਉਹ ਜੀਵਨ ਵਿੱਚ ਸੰਘਰਸ਼ ਕਰਦਾ ਹੈ। ਤੋ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਉਹਦੀ ਸ਼ੁਰੂਆਤ ਹੁੰਦੀ ਹੈ ਨਗਾਰੇ ਤੋਂ। ਨੰਦ ਚੰਦ ਨੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਗਾਰਾ ਬਣਾਇਆ, ਉਸ ਵਕਤ ਮਸੰਦ ਪ੍ਰਣਾਲੀ ਨੂੰ ਮਨ ਵਿੱਚ ਡਰ ਪਿਆ। ਮਾਤਾ ਗੁਜਰੀ ਸਾਹਿਬ ਜੀ ਦੇ ਕੋਲ ਸ਼ਿਕਾਇਤ ਕੀਤੀ ਔਰ ਆਖਿਆ ਇਹ ਨਗਾਰੇ ਬਣਾ ਰਹੇ ਨੇ ਭੀਮ ਚੰਦ ਦੀਆਂ ਰਿਆਸਤਾਂ ਨੇ, ਤੇ ਜੇ ਨਗਾਰਾ ਬਣ ਗਿਆ ਇਹਨੇ ਵੱਜਣਾ ਜ਼ਰੂਰ ਹੈ, ਇਸ ਲਾਲ ਨੂੰ ਰੋਕੋ। ਪਹਿਲਾਂ ਲੰਗਰਾਂ ਦਾ ਖਰਚਾ ਸੀ ਤੇ ਹੁਣ ਨਗਾਰਾ ਵੱਜ ਗਿਆ ਤੇ ਖਰਚਾ ਹੋਰ ਵੀ ਵੱਧ ਜਾਣਾ ਹੈ। ਔਰ ਮਾਤਾ ਜੀ ਕੋਲ ਆਏ, ਇਤਿਹਾਸ ਬੜਾ ਲੰਬਾ ਚੌੜਾ। ਉਸ ਵਕਤ ਮਾਤਾ ਜੀ ਨੇ ਭਾਵੇਂ ਜਾਣਦੇ ਨੇ ਪਰ ਸਿੱਖਾਂ ਦੇ ਕਹਿਣ ਤੇ ਆਖਿਆ, ਲਾਲ ਜੀ ਇਸ ਤਰ੍ਹਾਂ ਕਰਨਾ ਠੀਕ ਨਹੀਂ, ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋ ਚੁੱਕੀ ਹੈ ਤੇ 22 ਧਾਰ ਦੇ ਰਾਜੇ ਮੌਕੇ ਦੀ ਹਕੂਮਤ ਔਰੰਗਜ਼ੇਬ ਵੈਰੀ ਹੈ, ਇਹ ਨਗਾਰਾ ਆਪਾਂ ਨਾ ਹੀ ਬਣਾਈਏ ਤੇ ਠੀਕ ਹੈ। ਔਰ ਗੁਰੂ ਪਿਤਾ ਜੀ ਨੇ ਇਹ ਬਚਨ ਕਹਿਣ ਲੱਗੇ ਨੇ, ਪ੍ਰਥਮ ਕਾਹੂ ਸਿਉ ਨਹੀਂ ਬੈਰ, ਹੰਕਾਰੀ ਕੋ ਕਬੂ ਨਾ ਖੈਰ। ਭਾਵ ਪਹਿਲਾਂ ਸਾਡਾ ਕਿਸੇ ਨਾਲ ਵੈਰ ਨਹੀਂ, ਪਰ ਜੇ ਹੰਕਾਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਮਲਾ ਕਰਨਗੇ ਫਿਰ ਉਸ ਵਕਤ ਸਾਡੀ ਕੋਈ ਢਿੱਲ ਨਹੀਂ, ਸਾਡੇ ਵੱਲੋਂ ਕੋਈ ਖੈਰ ਨਹੀਂ ਹੋਵੇਗੀ, ਦੁਸ਼ਮਣ ਦਾ ਅਸੀਂ ਮੁਕਾਬਲਾ ਕਰਾਂਗੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਣ ਜਦੋਂ ਰਬਾਬ ਵਜਾਈ ਤੇ ਰਬਾਬ ਦੇ ਨਾਲ ਲੋਕਾਂ ਦੇ ਅੰਦਰਲੇ ਜਿਹੜੇ ਸੁੱਤੇ ਹੋਏ ਮਨ ਸੀ, ਸੁੱਤੀ ਪਈ ਜਿਹੜੀ ਚੇਤਨਾ ਸੀ, ਉਹ ਰਬਾਬ ਦੀਆਂ ਤਾਰਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਗਾਈ ਸੀ। ਜਿਸ ਵਕਤ ਮਰਦਾਨੇ ਨੂੰ ਮਿਲਦੇ ਨੇ ਇਹ ਗੱਲ ਕਹਿੰਦੇ ਨੇ ਕਿ ਇਹ ਮਰਦਾਨਾ ਜੀ ਤੁਸੀਂ ਇਹ ਰਬਾਬ ਚੁੱਕੋ ਤੇ ਆਓ, ਬਾਣੀ ਆਈ ਹੈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ, ਤੁਸੀਂ ਤਾਰਾਂ ਛੇੜੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਬਾਬ ਦੀਆਂ ਤਾਰਾਂ ਦੇ ਨਾਲ ਜਿਹੜਾ ਮਨੁੱਖੀ ਮਨ ਜਨਮਾਂ ਜਨਮਾਤਰਾਂ ਦੀ ਮੈਲ ਤੇ ਵਿਸ਼ੇ ਵਿਕਾਰਾਂ ਕਰਕੇ ਸੁੱਤਾ ਸੀ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਬਾਬ ਦੇ ਨਾਲ ਅੰਦਰਲਾ ਜਗਾਇਆ ਤੇ ਨਗਾਰੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਨੁੱਖ ਦੀ ਜਿਹੜੀ ਅਣਖ ਸੀ, ਜਿਹੜੀ ਗੈਰਤ ਬਿਲਕੁਲ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਸੀ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਦੇ ਵਿੱਚੋਂ ਆਜ਼ਾਦ ਕੀਤਾ। ਖੈਰ ਬੇਨਤੀ ਇਹ ਕਰਦੇ ਸੀ, ਹੁਣ ਸੱਜਣ ਠੱਗ ਦਾ ਜਿਹੜਾ ਬਾਹਰਲਾ ਪਹਿਰਾਵਾ ਸੀ, ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹੋ ਫਲ ਨਾਹੀ ਜੀਓ। ਸੱਜਣ ਨੂੰ ਮਿਲਦੇ ਨੇ, ਬਾਹਰੋਂ ਸੱਜਣ ਹੈ ਤੇ ਅੰਦਰੋਂ ਉਹ ਠੱਗ ਹੈ। ਤੇ ਕਈ ਦਫਾ ਐਸਾ ਹੀ ਹੁੰਦਾ, ਬਾਣੀ
ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਠੱਗੈ ਸੇਤੀ ਠੱਗਰਲ ਆਇਆ ਸਾਥ ਭੇ ਏਕੋ ਜਿਹਾ। ਹੁਣ ਠੱਗ ਨੂੰ ਠੱਗ ਮਿਲੇਗਾ ਉਹ ਚੰਗਾ ਲੱਗੇਗਾ। ਹੁਣ ਇੱਕ ਸ਼ਰਾਬੀ ਨੂੰ ਸੋਫੀ ਮਿਲ ਜੇ ਉਹਨੂੰ ਉਹ ਚੰਗਾ ਨਹੀਂ ਲੱਗਣਾ। ਵਿਆਹ ਦੇ ਵਿੱਚ ਸੋਫੀਆਂ ਦੀ ਬਰਾਤ ਦੇ ਵਿੱਚ ਸ਼ਰਾਬੀ ਚਲਿਆ ਜਾਏ, ਉਹਨੇ ਕਹਿਣਾ ਇਹ ਵੀ ਕੋਈ ਵਿਆਹ ਹੈ। ਜਿੰਨਾ ਚਿਰ ਉਹਦੀ ਪੱਗ ਲੈ ਕੇ ਹੱਥ ਵਿੱਚ ਨਾ ਆਵੇ, ਉਹ ਲਿਟ ਨਾ ਲਵੇ, ਉਹਦੇ ਲਈ ਓਨਾ ਚਿਰ ਉਹਦਾ ਵਿਆਹ ਸਫਲ ਨਹੀਂ। ਪਰ ਜੇ ਇੱਕ ਸੋਫੀ ਬੰਦਾ, ਅੰਮ੍ਰਿਤਧਾਰੀ ਕਹਿ ਲਓ ਜਾਂ ਕੋਈ ਗੁਰਸਿੱਖ ਕਹਿ ਲਓ, ਬੜੇ ਨੇ ਇੱਦਾਂ ਦੇ, ਤੇ ਉਹ ਉਹਨਾਂ ਸ਼ਰਾਬੀਆਂ ਦੀ ਮਹਿਫਲ ਦੇ ਵਿੱਚ ਜਾ ਕੇ ਉਹਨਾਂ ਦਾ ਮਨ ਉੱਖਣ ਲੱਗ ਪੈਂਦਾ ਕਿ ਮੈਂ ਕਿਹੜੇ ਬੰਨੇ ਤੁਰ ਪਿਆ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਕਹਿਣ ਲੱਗੇ ਨੇ, ਛੋਡੋ ਵੇਸ ਭੇਖ ਚਤਰਾਈ ਦੁਬਦਾ ਏਉ ਫਲ ਨਾਹੀ ਜਾਹੀ ਜੀਓ। ਸੱਜਣ ਠੱਗ ਦੇ ਕੋਲ ਜਾਂਦੇ ਨੇ, ਪਰ ਉਹਦਾ ਅੰਦਰਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਬਾਬ ਦੇ ਨਾਲ ਹੀ ਜਗਾਉਣਾ ਕੀਤਾ ਸੀ। ਜੋ ਵੀ ਆਉਂਦਾ ਉਹਨਾਂ ਦੀ ਦਿਨੇ ਸੇਵਾ ਕਰਦਾ, ਰਾਤ ਨੂੰ ਸੌਂ ਜਾਂਦੇ ਨੇ। ਇਤਿਹਾਸ ਤਵਾਰੀਖ ਇਸ ਗੱਲ ਦੀ ਗਵਾਹੀ ਭਰਦੀ ਹੈ, ਰਾਤ ਨੂੰ ਸੌਂਦੇ ਨੇ, ਉਹ ਰਾਤੋਂ ਰਾਤ ਉਹਨਾਂ ਸਾਰਿਆਂ ਨੂੰ ਮਾਰ ਦਿੰਦਾ, ਧਨ ਸੰਪਦਾ ਉਹਨਾਂ ਦੀ ਲੁੱਟ ਲੈਂਦਾ ਹੈ। ਤੇ ਗੁਰੂ ਪਿਤਾ ਜੀ ਨੇ ਮਨੁੱਖੀ ਮਨ ਨੂੰ ਆਪਣੀ ਰਬਾਬ ਦੇ ਨਾਲ ਹੀ ਸੁੱਤੀ ਹੋਈ ਚੇਤਨਤਾ ਨੂੰ ਜਗਾਉਣਾ ਕੀਤਾ। ਇਸੇ ਲਈ ਆਰੰਭ ਵਿੱਚ ਅਰਜ਼ ਕੀਤੀ, ਜੇ ਮਨੁੱਖ ਦੇ ਤਨ ਨੂੰ ਤਾਪ ਚੜ੍ਹਿਆ ਭੋਜਨ ਨਹੀਂ ਚੰਗਾ ਲੱਗਦਾ, ਜੇ ਮਨ ਨੂੰ ਤਾਪ ਚੜ੍ਹਿਆ ਭਜਨ ਨਹੀਂ ਚੰਗਾ ਲੱਗਦਾ। ਇਸ ਲਈ ਗੁਰੂ ਪਿਤਾ ਜੀ ਕਹਿੰਦੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਕਹਿੰਦੇ ਇੱਧਰ ਉੱਧਰ ਨਾ ਤੂੰ ਭੜਕਣਾ ਕਰ, ਤੂੰ ਟਿਕਿਆ ਰਹਿ। ਛੋਡੋ ਵੇਸ ਭੇਖ ਚਤਰਾਈ ਦੁਬਦਾ ਏਉ ਫਲ ਨਾਹੀ ਜੀਓ। ਅਵਗੁਣ ਛੋੜ ਗੁਣਾ ਕੋ ਧਾਵੋ। ਸਤਿਗੁਰੂ ਕਹਿਣ ਲੱਗੇ ਨੇ, ਤੂੰ ਅਵਗੁਣ ਛੱਡ ਦੇ ਤੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ। ਸਰ ਅਫਸਰ ਕੀ ਸਾਰ ਨ ਜਾਣੈ। ਸਰ ਅਫਸਰ, ਸਰ ਤੋਂ ਭਾਵ ਹੈ ਚੰਗਾ ਤੇ ਮੰਦਾ। ਸਰ ਅਫਸਰ ਚੰਗਾ ਮੰਦਾ, ਸਰ ਅਫਸਰ ਕੀ ਸਾਰ ਨ ਜਾਣੈ। ਕਹਿਣ ਲੱਗੇ ਨੂੰ ਚੰਗੇ ਤੇ ਮੰਦੇ ਦੀ ਜੀਵ ਨੂੰ ਬਿਲਕੁਲ ਵੀ ਪਹਿਚਾਣ ਨਹੀਂ। ਤੇ ਗੁਰੂ ਪਿਤਾ ਜੀ ਕਹਿਣ ਲੱਗੇ ਨੇ, ਇਹ ਫਿਰ ਸੰਸਾਰ ਰੂਪ ਚਿੱਕੜ ਦੇ ਵਿੱਚ ਹੀ ਉਲਝ ਕੇ ਰਹਿ ਗਿਆ ਹੈ। ਤੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਇਹਨਾਂ ਪਾਵਨ ਪੰਕਤੀਆਂ ਦਾ ਆਧਾਰ ਬਣਾ ਕੇ ਆਪਾਂ ਜੋ ਅੱਜ ਦੀ ਵਿਚਾਰ ਆਰੰਭ ਕੀਤੀ ਹੈ, ਜਪ। ਤੋ ਜਪ ਦੇ ਅਰਥ ਕੀ ਨੇ? ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਹਿਲੀ ਬਾਣੀ ਜਪ, ਜਿਨ ਜਪਿਆ ਜਿਨ ਹਰ ਜਪਿਆ ਸੇ ਹਰ ਹੋਏ। ਕਹਿਣ ਲੱਗੇ ਜਿਨ੍ਹਾਂ ਨੇ ਜਪਿਆ ਉਹ ਹਰੀ ਦਾ ਰੂਪ ਹੋ ਗਏ ਨੇ। ਇੱਕ ਮੁੱਲਾ ਕਿਸੇ ਪਿੰਡ ਦੇ ਵਿੱਚ ਜਾਂਦਾ ਹੈ ਔਰ ਉੱਥੋਂ ਦੇ ਜਿਹੜੇ ਲੋਕ ਨੇ ਉਹਦੇ ਆਲੇ ਦੁਆਲੇ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਹੈ। ਔਰ ਜਦੋਂ ਇਕੱਠੇ ਹੋ ਕੇ ਆਪੋ ਆਪਣਾ ਹੱਥ ਵਿਖਾਉਂਦੇ ਨੇ ਕਿ ਮੇਰਾ ਹੱਥ ਵੇਖੋ, ਮੇਰਾ ਵੇਖੋ। ਅਨਪੜ੍ਹ ਤੇ ਐਸਾ ਕਵੇ, ਤੇ ਜੇ ਪੜ੍ਹਿਆ ਲਿਖਿਆ ਵੀ ਕਿਸੇ ਜੋਤਸ਼ੀ ਦਾ ਚੇਲਾ ਬਣ ਜੇ ਫਿਰ ਕਹਿਣਾ ਪਏਗਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿ ਵੀ ਦਿੱਤਾ ਹੈ ਬਾਣੀ ਵਿੱਚ,